परम सत्कारयोग साध संगत जी, रसना पवित्र करिए ते आखिए धन श्री सतगुरु जगजीत सिंह जी, धन श्री सतगुरु उदय सिंह जी। साध संगत जी, गुरबाणी विच आउंदा है, नृप कन्या के कारण एक भया भेख तारी, कामा रथी स्वार्थी वाकी पैज सवारी। साध संगत जी, ਇਹਦੇ ਪ੍ਰਥਾਏ ਕੀ ਕਥਾ ਹੈ ਉਹ ਅੱਜ ਅਸੀਂ ਸਰਵਣ ਕਰਾਂਗੇ। ਕਿੰਨੇ ਹੀ ਪੁਰਾਣਾਂ ਵਿੱਚ ਕਥਾ ਆਉਂਦੀ ਹੈ ਕਿ ਕੋਈ ਰਾਜਾ ਆਪਣੀ ਰਾਣੀ ਤੇ ਰਾਜਕੁਮਾਰੀ ਸਮੇਤ ਕਿਸੇ ਦੇਵ ਮੰਦਰ ਦੀ ਯਾਤਰਾ ਨੂੰ ਆਇਆ। ਉਸ ਰਾਜਕੁਮਾਰੀ ਨੂੰ ਵੇਖ ਕੇ ਕੋਈ ਆਦਮੀ ਉਸ ਉੱਤੇ ਆਸ਼ਿਕ ਹੋ ਗਿਆ ਅਤੇ ਗਸ਼ ਖਾ ਕੇ ਡਿੱਗ ਪਿਆ। ਉਸ ਆਦਮੀ ਦਾ ਮਿੱਤਰ ਇੱਕ ਤਰਖਾਣ ਸੀ। ਤਰਖਾਣ ਨੇ ਮਿੱਤਰ ਨੂੰ ਚੁੱਕ ਕੇ ਘਰ ਲੈ ਆਂਦਾ ਅਤੇ ਉਸ ਤੋਂ ਬੇਸੁੱਧ ਹੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਤਰਖਾਣ ਨੂੰ ਉੱਤਰ ਦਿੱਤਾ, ਮਿੱਤਰ, ਮੇਰੇ ਦੁੱਖ ਦਾ ਕੋਈ ਇਲਾਜ ਨਹੀਂ ਹੈ, ਇਸ ਲਈ ਹੁਣ ਮੇਰਾ ਮਰਨਾ ਹੀ ਨਿਸ਼ਚਿਤ ਹੈ। ਪਰ ਤਰਖਾਣ ਨੇ ਬਹੁਤ ਸਮਝਾਇਆ ਤਾਂ ਉਸਨੇ ਰਾਜਕੁਮਾਰੀ ਉੱਤੇ ਆਸ਼ਕ ਹੋਣ ਦੀ ਸਾਰੀ ਗੱਲ ਸੁਣਾ ਕੇ ਕਿਹਾ, ਮੈਂ ਨੀਚ ਜਾਤ ਦਾ ਹਾਂ, ਫਿਰ ਗਰੀਬ ਹਾਂ, ਉਹ ਮੈਨੂੰ ਮਿਲ ਤਾਂ ਸਕਦੀ ਨਹੀਂ, ਇਸ ਲਈ ਦੁੱਖ ਭੋਗ ਕੇ ਮਰਨ ਨਾਲੋਂ ਹੁਣੇ ਹੀ ਸੜ ਕੇ ਮਰ ਜਾਵਾਂ ਤਾਂ ਚੰਗਾ ਹੈ। ਉਸ ਦੀ ਇਹ ਗੱਲ ਸੁਣ ਕੇ ਤਰਖਾਣ ਨੇ ਕਿਹਾ, ਇਹ ਗੱਲ ਹੀ ਸੌਖੀ ਬੜੀ ਹੈ। ਮੈਂ ਸੁਣਿਆ ਹੈ ਉਸ ਲੜਕੀ ਨੇ ਪ੍ਰਣ ਕੀਤਾ ਹੋਇਆ ਹੈ ਕਿ ਮੈਂ ਵਿਸ਼ਨੂੰ ਭਗਵਾਨ ਨਾਲ ਵਿਆਹ ਕਰਾਉਣਾ ਹੈ, ਇਸ ਲਈ ਮੈਂ ਤੈਨੂੰ ਵਿਸ਼ਨੂੰ ਰੂਪ ਬਣਾ ਦਿੰਦਾ ਹਾਂ, ਤੂੰ ਅੱਜ ਹੀ ਉਸ ਦੇ ਮਹਲ ਉੱਤੇ ਚਲਾ ਜਾਈਂ। ਮਿੱਤਰ ਤਰਖਾਣ ਦੀ ਇਹ ਗੱਲ ਸੁਣ ਕੇ ਉਸ ਨੂੰ ਧੀਰਜ ਆਇਆ। ਤਰਖਾਣ ਨੇ ਇੱਕ ਲੱਕੜ ਦਾ ਗਰੜ ਬਣਾਇਆ, 2 ਬਾਹੀਆਂ ਬਣਾਈਆਂ ਅਤੇ ਸੰਖ ਚੱਕਰ ਗਦਾ ਤੇ ਪਦਮ ਦੀ ਲੱਕੜ ਦਾ ਬਣਾ ਦਿੱਤਾ ਤੇ ਪਦਮ ਵੀ ਲੱਕੜ ਦਾ ਬਣਾ ਦਿੱਤਾ। ਉਸ ਦੇ ਪਿੰਡੇ ਮੂੰਹ ਉੱਤੇ ਲਾਜਵਰਦ ਰੰਗ ਦਾ ਹਲਕਾ ਜਿਹਾ ਪੋਚਾ ਫੇਰ ਕੇ ਉਸ ਨੂੰ ਚਤੁਰਭੁਜ ਵਿਸ਼ਨੂੰ ਰੂਪ ਬਣਾ ਕੇ ਲੱਕੜ ਦੇ ਗਰੁੜ ਨੂੰ ਹੇਠਾਂ ਉਤਾਂ ਲਾਉਣ ਚੜਾਉਣ ਦੀ ਜੁਗਤੀ ਸਮਝਾ ਕੇ ਗਰੁੜ ਉੱਤੇ ਸਵਾਰ ਕਰਾ ਦਿੱਤਾ। ਉਹ ਕਲਾ ਨੂੰ ਦਬਾ ਕੇ ਗਰੁੜ ਨੂੰ ਉਡਾ ਕੇ ਝਾਟੀ ਰਾਜਕੁਮਾਰੀ ਦੇ ਮਹਲ ਉੱਤੇ ਜਾ ਬੈਠਾ। ਗਰੁੜ ਦੀ ਆਵਾਜ਼ ਨੂੰ ਸੁਣ ਕੇ ਰਾਜਕੁਮਾਰੀ ਕੋਠੇ ਪਰ ਆਈ ਗਈ ਅਤੇ ਵਿਸ਼ਨੂੰ ਨੂੰ ਗਰੁੜ ਉੱਤੇ ਸਵਾਰ ਵੇਖ ਕੇ ਉਸਨੇ ਦੰਡਵਤ ਪ੍ਰਣਾਮ ਕੀਤੀ ਤਾਂ ਭੇਖਧਾਰੀ ਵਿਸ਼ਨੂੰ ਨੇ ਕਿਹਾ, ਰਾਜਕੁਮਾਰੀ, ਤੇਰੀ ਆਰਾਧਨਾ ਭਗਤੀ ਨੂੰ ਵੇਖ ਕੇ ਮੈਂ ਬੈਕੁੰਠ ਧਾਮ ਨੂੰ ਛੱਡ ਕੇ ਤੈਨੂੰ ਹੀ ਦਰਸ਼ਨ ਦੇਣ ਲਈ ਆਇਆ ਹਾਂ। ਜੋ ਤੇਰੀ ਕਾਮਨਾ ਹੋਵੇ ਉਹੀ ਵਾਰ ਮੰਗ ਲੈ। ਲੜਕੀ ਨੇ ਅਰਜ਼ ਕੀਤੀ, ਭਗਵਾਨ, ਆਪ ਦਾਸੀ ਨੂੰ ਆਪਣੀ ਸੇਵਾ ਵਾਸਤੇ ਪ੍ਰਵਾਨ ਕਰ ਲਵੋ, ਮੇਰੀ ਇਹੋ ਹੀ ਭਾਵਨਾ ਹੈ। ਪਹਿਲੋਂ ਤਾਂ ਭੇਖਧਾਰੀ ਨੇ ਕੁਝ ਨਾ ਨੁੱਕਰ ਕੀਤੀ, ਫਿਰ ਝੱਟ ਹੀ ਉਸ ਨਾਲ ਗੰਧਰਵ ਵਿਆਹ ਕਰਕੇ ਉਸ ਨਾਲ ਵਿਆਹ ਕਰ ਲਿਆ ਅਤੇ ਉਸੇ ਤਰ੍ਹਾਂ ਗਰੁੜ ਉੱਤੇ ਸਵਾਰ ਹੋ ਕੇ ਘਰ ਨੂੰ ਮੁੜ ਆਇਆ। ਹੁਣ ਇਸੇ ਤਰ੍ਹਾਂ ਰੋਜ਼ ਗਰੁੜ 'ਤੇ ਸਵਾਰ ਹੋ ਕੇ ਜਾਂਦਾ ਅਤੇ ਉਸ ਨਾਲ ਮੌਜ ਮੇਲਾ ਮਾਣ ਕੇ ਘਰ ਆ ਜਾਂਦਾ। ਉੱਧਰ ਰਾਜੇ ਨੂੰ ਵੀ ਪਤਾ ਲੱਗ ਗਿਆ ਕਿ ਮੇਰੀ ਲੜਕੀ ਦੀ ਭਾਵਨਾ ਪੂਰੀ ਹੋ ਗਈ ਹੈ। ਵਿਸ਼ਨੂੰ ਭਗਵਾਨ ਨੇ ਉਸ ਨੂੰ ਆਪਣੀ ਪਤਨੀ ਬਣਾ ਲਿਆ ਹੈ ਅਤੇ ਮੇਰੀ ਲੜਕੀ ਦੇ ਮਹਲ ਵਿੱਚ ਵਿਸ਼ਨੂੰ ਭਗਵਾਨ ਹਰ ਰੋਜ਼ ਆਉਂਦਾ ਹੈ। ਉਸਨੇ ਆਪਣੀ ਰਾਣੀ ਨਾਲ ਸਲਾਹ ਕੀਤੀ ਕਿ ਜਦ 3 ਲੋਕਾਂ ਦਾ ਸਵਾਮੀ ਵਿਸ਼ਨੂੰ ਭਗਵਾਨ ਮੇਰਾ ਜਵਾਈ ਹੈ ਤਾਂ ਮੈਨੂੰ ਕਿਸੇ ਦੀ ਕੀ ਮੁਹਤਾਜੀ ਹੈ। ਇਸ ਲਈ ਉਸਨੇ ਰਾਣੀ ਦੀ ਸਲਾਹ ਨਾਲ ਆਂਢ ਗੁਆਂਢ ਦੇ ਸਾਰੇ ਰਾਜਿਆਂ ਨਾਲੋਂ ਅਹਿਦਨਾਮੇ ਤੋੜ ਸੁੱਟੇ। ਅਹਿਦਨਾਮੇ ਟੁੱਟ ਜਾਣ ਕਰਕੇ ਗੁਆਂਢੀ ਰਾਜੇ ਸਾਰੇ ਇਕੱਠੇ ਹੋ ਕੇ ਇਸ ਉੱਤੇ ਚੜ੍ਹ ਆਏ ਅਤੇ ਜੰਗ ਸ਼ੁਰੂ ਹੋ ਪਿਆ। ਰਾਜਕੁਮਾਰੀ ਦੀ ਰਾਹੀਂ ਰਾਜੇ ਨੇ ਭੇਖਧਾਰੀ ਵਿਸ਼ਨੂੰ ਕੋਲ ਅਰਜ਼ ਕਰ ਭੇਜੀ, ਭਗਵਾਨ, ਜਦ ਤੁਸੀਂ ਮੇਰੀ ਜਵਾਈ ਹੋ ਅਤੇ ਤੁਸੀਂ 3 ਲੋਕਾਂ ਨੂੰ ਅੱਖ ਦੇ ਪਲਕਾਰੇ ਵਿੱਚ ਹਰਨ ਭਰਨ ਵਾਲੇ ਹੋ, ਫਿਰ ਮੈਨੂੰ ਕਿਸੇ ਦੀ ਕੀ ਮੁਹਤਾਜੀ ਹੈ। ਇਸ ਕਰਕੇ ਮੈਂ ਸਭਨਾਂ ਨਾਲੋਂ ਅਹਿਦਨਾਮੇ ਤੋੜ ਲਏ ਹਨ ਅਤੇ ਗੁਆਂਢੀ ਰਾਜੇ ਇਕੱਠੇ ਹੋ ਕੇ ਜੰਗ ਲਈ ਆ ਗਏ ਹਨ। ਹੁਣ ਆਪ ਕਿਰਪਾ ਕਰੋ। ਕਈ ਦਿਨ ਜੰਗ ਕਰਦਿਆਂ ਹੋ ਗਏ। ਪਹਿਲੇ ਤਾਂ ਖਿਆਲ ਸੀ ਜੋ ਆਪ ਜਾਣੀ ਜਾਣ ਹੋ, ਆਪ ਹੀ ਆਨ ਸਹਾਇਕ ਹੋਵੋਗੇ, ਪਰ ਅੱਜ ਹਾਰ ਕੇ ਬੇਨਤੀ ਕੀਤੀ ਹੈ
ਕਿਉਂਕਿ ਹੋਰ ਤਾਂ ਸਾਰਾ ਰਾਜ ਦੁਸ਼ਮਣ ਸਾਂਭ ਚੁੱਕੇ ਹਨ। ਕੇਵਲ ਕਿਲਾ ਹੀ ਕਿਲਾ ਬਾਕੀ ਰਹਿ ਗਿਆ ਹੈ। ਜੇਕਰ ਇਹ ਵੀ ਉਹਨਾਂ ਖੋਹ ਲਿਆ ਤਾਂ ਫਿਰ ਸਾਡਾ ਜਿਉਣਾ ਹੀ ਕਿਵੇਂ ਹੋਏਗਾ। ਰਾਜਕੁਮਾਰੀ ਪਾਸੋਂ ਰਾਜੇ ਦੀ ਪ੍ਰਾਰਥਨਾ ਸੁਣ ਕੇ ਭੇਖਧਾਰੀ ਵਿਸ਼ਨੂੰ ਨੇ ਕਿਹਾ, ਤੁਸੀਂ ਕੋਈ ਫਿਕਰ ਨਾ ਕਰੋ, ਅੱਜ ਤੁਸੀਂ ਤੜਕੇ ਹੋ ਕੇ ਜੰਗ ਵਿੱਚ ਜੁਟ ਜਾਓ। ਉਧਰੋਂ ਆਕਾਸ਼ ਮਾਰਗ ਥਾਨੀ ਮੈਂ ਉਹਨਾਂ ਦਾ ਬਲ ਛੀਨ ਕਰਾਂਗਾ ਅਤੇ ਤੁਸਾਂ ਸਾਰਿਆਂ ਨੂੰ ਬਲਵਾਨ ਕਰਾਂਗਾ। ਤੁਹਾਥੋਂ ਬਿਨਾਂ ਮੈਂ ਇਕੱਲਾ ਹੀ ਉਹਨਾਂ ਨੂੰ ਮਾਰ ਸਕਦਾ ਹਾਂ, ਪਰ ਮੇਰੇ ਹੱਥੋਂ ਮਰਨ ਕਰਕੇ ਉਹਨਾਂ ਨੂੰ ਬੈਕੁੰਠ ਮਿਲੇਗਾ। ਇਸ ਲਈ ਮੈਂ ਅਜਿਹਾ ਨਹੀਂ ਕਰਦਾ, ਤੁਹਾਡੇ ਹੱਥੀਂ ਹੀ ਮਰਵਾਵਾਂਗਾ। ਮੈਂ ਆਪਣੇ ਚੱਕਰ ਦੇ ਨਾਲ ਉਹਨਾਂ ਸਾਰਿਆਂ ਨੂੰ ਮੂਰਛਿਤ ਕਰ ਦੇਵਾਂਗਾ ਅਤੇ ਤੁਸਾਂ ਤਲਵਾਰ ਨਾਲ ਮਾਰ ਸੁੱਟਣਾ। ਇਹ ਕਹਿ ਕੇ ਉਹ ਉੱਥੋਂ ਆਪਣੇ ਘਰ ਆ ਗਿਆ। ਘਰ ਆਣ ਕੇ ਸੋਚਣ ਲੱਗਾ, ਉੱਥੇ ਮੈਂ ਗੱਲਾਂ ਨਾਲ ਤਾਂ ਉਹਨਾਂ ਦਾ ਘਰ ਪੂਰਾ ਕਰ ਆਇਆ ਹਾਂ, ਪਰ ਮੇਰੇ ਪੱਲੇ ਹੈ ਹੀ ਕੀ ਹੈ ਜੋ ਮੈਂ ਉਹਨਾਂ ਨੂੰ ਮਾਰ ਲਵਾਂ ਜਾਂ ਮੂਰਛਿਤ ਕਰ ਲਵਾਂ। ਜੰਗ ਵਿੱਚ ਜਾ ਕੇ ਰੁਲ ਕੇ ਮਰਨ ਨਾਲੋਂ ਤਾਂ ਆਪਣੇ ਘਰ ਅੰਦਰ ਮਰ ਜਾਣਾ ਹੀ ਚੰਗਾ ਹੈ। ਇਹ ਸੋਚ ਕੇ ਉਸਨੇ ਘਰ ਅੰਦਰ ਫਾਹੀ ਲਾ ਲਈ ਅਤੇ ਫਾਹਾ ਲੈ ਕੇ ਮਰਨ ਲੱਗਾ। ਉਧਰ ਵਿਸ਼ਨੂੰ ਭਗਵਾਨ ਨੇ ਗਰੁੜ ਨੂੰ ਕਿਹਾ, ਗਰੁੜ, ਤੈਨੂੰ ਪਤਾ ਹੀ ਹੈ ਨਾ, ਉਹ ਕਾਮੀ ਮੇਰਾ ਰੂਪ ਬਣ ਕੇ ਰਾਜਕੁਮਾਰੀ ਕੋਲ ਗਿਆ ਸੀ ਅਤੇ ਉਸ ਦੇ ਧਰਮ ਨੂੰ ਉਸਨੇ ਭ੍ਰਸ਼ਟ ਕਰ ਦਿੱਤਾ ਹੈ। ਪਰ ਹੁਣ ਜਦ ਪ੍ਰੀਖਿਆ ਦਾ ਸਮਾਂ ਆਣ ਬਣਿਆ ਹੈ ਤਾਂ ਫਾਹਾ ਲੈ ਕੇ ਮਰਨ ਲੱਗਾ ਹੈ। ਉਸ ਦੇ ਮਰ ਜਾਣ ਦੀ ਤਾਂ ਕੋਈ ਗੱਲ ਨਹੀਂ ਹੈ, ਪਰ ਜੇਕਰ ਰਾਜਾ ਅੱਜ ਹਾਰ ਗਿਆ ਤਾਂ ਲੋਕੀ ਸਾਰੇ ਕਹਿਣਗੇ ਰਾਜੇ ਦਾ ਜਵਾਈ ਵਿਸ਼ਨੂੰ ਸੀ, ਫਿਰ ਵੀ ਰਾਜਾ ਹਾਰ ਗਿਆ। ਇਸ ਤਰ੍ਹਾਂ ਸਾਰੇ ਸੰਸਾਰ ਵਿੱਚ ਸਾਡੀ ਨਿੰਦਾ ਫੈਲ ਜਾਏਗੀ। ਸਾਡੇ ਉੱਤੋਂ ਲੋਕਾਂ ਦੀ ਸ਼ਰਧਾ ਭਗਤੀ ਉੱਕਾ ਹੀ ਹਟ ਜਾਏਗੀ। ਇਸ ਲਈ ਹੁਣ ਇਸ ਵੇਲੇ ਉਸ ਕਾਮੀ ਦੀ ਰਾਹੀਂ ਹੀ ਆਪਣੀ ਇੱਜ਼ਤ ਨੂੰ ਬਚਾਉਣਾ ਚਾਹੀਦਾ ਹੈ। ਇਹ ਵਿਚਾਰ ਕਰਕੇ ਹੀ ਗਰੁੜ ਉੱਤੇ ਸਵਾਰ ਹੋ ਕੇ ਭਗਵਾਨ ਵਿਸ਼ਨੂੰ ਜੀ ਉਸ ਕਾਮੀ ਦੇ ਘਰ ਵਿੱਚ ਆਏ ਅਤੇ ਉਸ ਨੂੰ ਫਾਹੇ ਤੋਂ ਬਚਾ ਕੇ ਕਿਹਾ, ਤੂੰ ਮਾਰਨਾ, ਤੂੰ ਵੀ ਮੇਰੀ ਇੱਜ਼ਤ ਰੱਖੀ ਹੈ, ਕਿਉਂਕਿ ਉਸ ਲੜਕੀ ਨੇ ਨਿਯਮ ਕਰ ਲਿਆ ਹੋਇਆ ਸੀ ਜੋ ਮੈਂ ਵਿਸ਼ਨੂੰ ਨੂੰ ਵਰਨਾ ਹੈ, ਪਰ ਮੈਂ ਉਸ ਨੂੰ ਕਿਸੇ ਤਰ੍ਹਾਂ ਵੀ ਵਿਆਹ ਨਹੀਂ ਸੀ ਸਕਦਾ। ਮੇਰੇ ਨਾਂ ਵਿਆਹੁਣ ਕਰਕੇ ਉਹ ਸਦਾ ਹੀ ਕੁਆਰੀ ਰਹਿੰਦੀ ਤਾਂ ਲੋਕਾਂ ਦੇ ਮਨ ਵਿੱਚ ਖਿਆਲ ਆ ਜਾਣਾ ਸੀ ਜੋ ਵਿਸ਼ਨੂੰ ਕੋਈ ਹੈਗਾ ਹੀ ਨਹੀਂ ਹੈ। ਜੇ ਹੁੰਦਾ ਤਾਂ ਇਸ ਰਾਜਕੁਮਾਰੀ ਨੂੰ ਵਿਆਹ ਲੈਂਦਾ ਜੋ ਇਸ ਦੀ ਇੰਨੀ ਭਗਤੀ ਕਰਨ ਨਾਲ ਵੀ ਪ੍ਰਗਟ ਨਹੀਂ ਹੋਇਆ। ਤਾਂ ਇੱਥੋਂ ਸਾਬਤ ਹੁੰਦਾ ਹੈ ਕਿ ਵਿਸ਼ਨੂੰ ਹੈਗਾ ਹੀ ਕੋਈ ਨਹੀਂ, ਇਸ ਲਈ ਜਗਤ ਵਿੱਚ ਬਦਨਾਮੀ ਹੋਣੀ ਸੀ। ਤੂੰ ਮੇਰਾ ਰੂਪ ਹੋ ਕੇ ਰਾਜਕੁਮਾਰੀ ਦੀ ਭਾਵਨਾ ਪੂਰੀ ਕੀਤੀ ਹੈ। ਹੁਣ ਮੈਂ ਜੇਕਰ ਤੇਰੀ ਸਹਾਇਤਾ ਨਾ ਕਰਾਂ ਅਤੇ ਜੇ ਰਾਜੇ ਦੇ ਦੁਸ਼ਮਣ ਨੂੰ ਨਾ ਮਾਰਾਂ ਤਾਂ ਫਿਰ ਵੀ ਮੇਰੀ ਬਦਨਾਮੀ ਹੋਣੀ ਹੈ। ਲੋਕਾਂ ਨੇ ਇਹ ਨਹੀਂ ਸਮਝਣਾ ਜੋ ਇੱਕ ਕਾਮੀ ਪੁਰਸ਼ ਵਿਸ਼ਨੂੰ ਦਾ ਰੂਪ ਬਣਿਆ ਹੋਇਆ ਸੀ। ਸਭਨਾਂ ਨੇ ਇਹ ਕਹਿਣਾ ਹੈ ਕਿ ਰਾਜੇ ਦਾ ਜਵਾਈ ਵਿਸ਼ਨੂੰ ਸੀ। ਫਿਰ ਰਾਜਾ ਹਾਰ ਗਿਆ। ਜਿਸ ਵਿਸ਼ਨੂੰ ਨੇ ਆਪਣੇ ਸਹੁਰੇ ਰਾਜੇ ਦੀ ਸਹਾਇਤਾ ਨਹੀਂ ਕੀਤੀ, ਉਹ ਹੋਰ ਕਿਸੇ ਦੀ ਕੀ ਸਹਾਇਤਾ ਕਰ ਸਕਦਾ ਹੈ। ਇਸ ਲਈ ਉਸ ਦੀ ਪੂਜਾ ਤੇ ਭਗਤੀ ਹੀ ਕਿਉਂ ਕਰਨੀ ਹੈ। ਇਸ ਤਰ੍ਹਾਂ ਦੇ ਖਿਆਲ ਕਰਕੇ ਸਾਰੇ ਲੋਕੀ ਮੇਰੀ ਪੂਜਾ ਭਗਤੀ ਨੂੰ ਛੱਡ ਦੇਣਗੇ। ਇਸ ਲਈ ਮੈਂ ਆਪਣੀ ਪ੍ਰਭਤਾ ਨੂੰ ਸਥਿਰ ਰੱਖਣ ਵਾਸਤੇ ਤੇਰੀ ਸਹਾਇਤਾ ਕਰਾਂਗਾ। ਜਿਵੇਂ ਤੂੰ ਮੇਰਾ ਕੰਮ ਕੀਤਾ ਹੈ ਤਿਵੇਂ ਹੀ ਤੇਰੇ ਕੰਮ ਨੂੰ ਮੈਂ ਆਪਣਾ ਕਰਤੱਵ ਸਮਝ ਕੇ ਤੇਰੀ ਸਹਾਇਤਾ ਕਰਾਂਗਾ। ਤੂੰ ਆਪਣੇ ਹੀ ਗਰੁੜ ਉੱਤੇ ਸਵਾਰ ਹੋ ਕੇ ਮੈਦਾਨ ਜੰਗ ਵਿੱਚ ਜਾ। ਤੇਰੇ ਗਰੁੜ ਵਿੱਚ ਮੇਰਾ ਗਰੁੜ ਅਤੇ ਤੇਰੇ ਵਿੱਚ ਮੈਂ ਆਪ ਪ੍ਰਵੇਸ਼ ਕਰਕੇ ਤੇਰੇ ਸਾਰੇ ਕੰਮ ਨੂੰ ਸਵਾਰ ਦਿਆਂਗਾ। ਇਹ ਸੁਣ ਕੇ ਉਹ ਕਾਮੀ ਰਣ ਭੂਮੀ ਵਿੱਚ ਆਕਾਸ਼ ਥਾਨੀ ਪੁੱਜਾ। ਸ਼੍ਰੀ ਵਿਸ਼ਨੂੰ ਭਗਵਾਨ ਜੀ ਨੇ ਆਪਣੇ ਬਚਨ ਦੀ ਪਾਲਣਾ ਕੀਤੀ। ਸ਼੍ਰੀ ਵਿਸ਼ਨੂੰ ਭਗਵਾਨ ਜੀ ਨੇ ਆਪਣੇ ਬਚਨ ਦੀ ਪਾਲਣਾ ਕੀਤੀ ਅਤੇ ਉਸ ਦੇ ਰਾਹੀਂ ਹੀ ਸਾਰੇ ਵੈਰੀ ਦਲ ਨੂੰ ਮਰਵਾ ਦਿੱਤਾ। ਸਾਰੇ ਦੁਸ਼ਮਣਾਂ ਨੂੰ ਮਾਰ ਚੁੱਕਣ ਮਗਰੋਂ ਉਸੇ ਤਰ੍ਹਾਂ ਹੀ ਰਾਜਕੁਮਾਰੀ ਦੇ ਮਹਿਲ ਵਿੱਚ ਚਲਾ ਗਿਆ ਅਤੇ ਕਹਿਣ ਲੱਗਾ, ਤੂੰ ਆਪਣੇ ਮਾਤਾ ਪਿਤਾ ਨੂੰ ਜਾ ਕੇ ਕਹਿ ਦਿਓ ਕਿ ਇਸ ਵੇਲੇ ਆਣ ਕੇ ਮੇਰੇ ਦਰਸ਼ਨ ਕਰ ਲੈਣ, ਤਾਂ ਕਿ ਫਿਰ ਉਹ ਵੀ ਤੇ ਮੇਰੇ ਲੋਕ ਵਿੱਚ ਪ੍ਰਾਪਤ ਹੋਣ ਦੇ ਹੱਕਦਾਰ ਹੋ ਜਾਣ, ਕਿਉਂਕਿ ਹੁਣ ਮੈਂ ਤੈਨੂੰ ਅੰਗੀਕਾਰ ਕਰ ਚੁੱਕਾ ਹਾਂ। ਤੂੰ ਮਾਤ ਲੋਕ ਦੀ ਇਸਤਰੀ ਹੈ, ਇਸ ਲਈ ਮੈਨੂੰ ਵੀ ਤੇਰੇ ਵਰਗਾ ਹੀ ਹੋ ਕੇ ਰਹਿਣਾ ਪਏਗਾ। ਇਸ ਕਰਕੇ ਮੈਂ ਫਿਰ ਅੱਜ ਤੋਂ ਬਾਅਦ ਕਿਸੇ ਮਨੁੱਖ ਸਰੀਰ ਵਿੱਚ
ਰਹਿ ਕੇ ਤੈਨੂੰ ਮਨੁੱਖਾਂ ਵਾਂਗੂ ਹੀ ਵਿਆਹ ਕੇ ਤੇਰੇ ਹੀ ਸ਼ਹਿਰ ਵਿੱਚ ਰਵਾਂਗਾ, ਜਿਸ ਕਰਕੇ ਦੁਨੀਆ ਦੇ ਲੋਕ ਤੈਨੂੰ ਕੋਈ ਕਲੰਕ ਨਾ ਲਗਾਉਣਗੇ। ਜੇਕਰ ਮੈਂ ਇਸੇ ਤਰ੍ਹਾਂ ਹੀ ਗੁਪਤ ਰੂਪ ਨਾਲ ਤੇਰੇ ਕੋਲ ਆਇਆ ਕਰਾਂ ਤਾਂ ਦੁਨੀਆ ਦੇ ਲੋਕ ਤੇਰੀ ਬਦਨਾਮੀ ਕਰਨਗੇ, ਜੋ ਮੇਰੇ ਲਈ ਅਸਹਿ ਹੋ ਜਾਏਗੀ। ਇਸ ਤਰ੍ਹਾਂ ਭੇਖਧਾਰੀ ਵਿਸ਼ਨੂੰ ਦੀ ਗੱਲ ਸੁਣ ਕੇ ਰਾਜਕੁਮਾਰੀ ਨੇ ਆਪਣੇ ਮਾਤਾ ਪਿਤਾ ਨੂੰ ਜਾ ਕੇ ਜਿਉਂ ਦੀ ਤਿਉਂ ਕਹਿ ਸੁਣਾਈ, ਕਿਉਂਕਿ ਰਾਜਾ ਅੱਗੇ ਹੀ ਆਕਾਸ਼ ਵਿੱਚ ਉੱਡਦੇ ਗਰੁੜ ਨੂੰ ਅਤੇ ਉਸ ਉੱਤੇ ਸਵਾਰ ਹੋਏ ਵਿਸ਼ਨੂੰ ਨੂੰ ਮੈਦਾਨ ਜੰਗ ਵਿੱਚ ਦੁਸ਼ਮਣਾਂ ਨੂੰ ਮਾਰਦਾ ਵੇਖ ਚੁੱਕਾ ਸੀ ਅਤੇ ਸਾਰੇ ਦੁਸ਼ਮਣਾਂ ਨੂੰ ਮੋਇਆ ਵੇਖ ਕੇ ਉਸ ਨੂੰ ਪੂਰਾ ਨਿਸ਼ਚਾ ਹੋ ਗਿਆ ਸੀ ਜੋ ਇਹ ਸੱਚਮੁੱਚ ਹੀ ਵਿਸ਼ਨੂੰ ਭਗਵਾਨ ਹੈ, ਜੋ ਮੇਰੀ ਸਹਾਇਤਾ ਲਈ ਮੇਰੀ ਲੜਕੀ ਦੇ ਕਹਿਣ ਉੱਤੇ ਆਇਆ ਹੈ। ਫਿਰ ਰਾਜਾ ਰਾਣੀ ਨੇ ਧੀ ਪਾਸੋਂ ਸਾਰੀ ਗੱਲਬਾਤ ਸੁਣੀ ਤਾਂ ਅਨੇਕ ਤਰ੍ਹਾਂ ਦੀ ਭੇਟਾਂ ਲੈ ਕੇ ਵਿਸ਼ਨੂੰ ਭਗਵਾਨ ਦੇ ਦਰਸ਼ਨ ਕਰਨ ਨੂੰ ਆ ਗਏ। ਰਾਜੇ ਦੇ ਸ਼ਰਧਾ ਭਰੇ ਮਨ ਨੇ ਬੜੀ ਨਿਮਰਤਾ ਨਾਲ ਪ੍ਰਭੂ ਦੀ ਆਰਤੀ ਉਤਾਰੀ, ਸਤੋਤਰ ਪੜਿਆ ਤੇ ਆਸ਼ੀਰਵਾਦ ਨੂੰ ਪ੍ਰਾਪਤ ਕੀਤਾ। ਇਸ ਦੇ ਮਗਰੋਂ ਉਸ ਕਪਟਧਾਰੀ ਵਿਸ਼ਨੂੰ ਨੇ ਮਨੁੱਖ ਰੂਪ ਹੋ ਕੇ ਰਾਜਕੁਮਾਰੀ ਨੂੰ ਵਿਆਹ ਲਿਆ। ਰਾਜੇ ਨੇ ਬਹੁਤ ਸਾਰਾ ਧਨ ਪਦਾਰਥ ਦਾਜ ਵਿੱਚ ਦੇ ਕੇ ਧੀ ਨੂੰ ਤੋਰ ਦਿੱਤਾ ਅਤੇ ਉਹ ਰਾਜਕੁਮਾਰੀ ਨੂੰ ਆਪਣੇ ਘਰ ਲਿਆ ਕੇ ਸੁਖੀ ਵਸਣ ਲੱਗਾ। ਸਦਨਾ ਭਗਤ ਜੀ ਇਸ ਪ੍ਰਸੰਗ ਵੱਲ ਇਸ਼ਾਰਾ ਕਰਕੇ ਪ੍ਰਭੂ ਪਾਸ ਬੇਨਤੀ ਕਰਦੇ ਹਨ, ਭਗਵਾਨ ਤੂੰ ਆਪਣੀ ਬਿਰਧ ਦੀ ਲੱਜਾ ਰੱਖਣ ਵਾਸਤੇ ਉਸ ਕਾਮੀ ਪੁਰਸ਼ ਦੇ ਕੰਮ ਨੂੰ ਸਵਾਰਿਆ ਸੀ। ਐਵੇਂ ਭਾਵੇਂ ਮੈਂ ਤੇਰਾ ਭਗਤ ਨਹੀਂ ਹਾਂ, ਪਰ ਲੋਕੀ ਤਾਂ ਮੈਨੂੰ ਤੇਰਾ ਹੀ ਭਗਤ ਕਹਿੰਦੇ ਹਨ। ਇਸ ਵਿੱਚ ਤੇਰੀ ਹੀ ਵਡਿਆਈ ਹੈ। ਜਸ ਵੀ ਤੇਰਾ ਅਤੇ ਆਪ ਜਸ ਵੀ ਤੇਰਾ ਹੈ। ਹੁਣ ਜਿਵੇਂ ਜਾਣੇ ਤੂੰ ਆਪਣੀ ਪੈਜ ਨੂੰ ਵਧਾਉਣ ਵਾਸਤੇ ਮੇਰੀ ਸਹਾਇਤਾ ਕਰ। ਇਹ ਪ੍ਰਾਰਥਨਾ ਕਰਦੇ ਹੀ ਪ੍ਰਭੂ ਨੇ ਪ੍ਰਗਟ ਹੋ ਕੇ ਸਦਨਾ ਜੀ ਦੀ ਸਹਾਇਤਾ ਕੀਤੀ। ਸਾਧ ਸੰਗਤ ਜੀ, ਸਾਰੇ ਆਖ ਲਈਏ, ਧੰਨ ਧੰਨ ਭਗਤਾਂ ਦੀ ਲਾਜ ਰੱਖਣ ਵਾਲੇ ਵਿਸ਼ਨੂੰ ਜੀ, ਧੰਨ ਧੰਨ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਜੀ, ਜੋ ਆਪਣੇ ਭਗਤਾਂ ਦੀ ਸੇਵਕਾਂ ਦੀ ਹਮੇਸ਼ਾ ਹੀ ਲਾਜ ਰੱਖਦੇ ਆਏ ਹਨ। ਤਾਂ ਹੀ ਤਾਂ ਬੀਬੀਆਂ ਸ਼ਬਦ ਪੜ੍ਹਦੀਆਂ ਹਨ, ਮੈਂ ਤੇਰਾ ਭੇਖ ਤਾਰੀ ਮੇਰੀ ਰੱਖ ਲੱਜਿਆ, ਮੈਂ ਤੇਰਾ ਭੇਖ ਤਾਰੀ ਮੇਰੀ ਰੱਖ ਲੱਜਿਆ। ਉਹਨਾਂ ਦੇ ਚਰਨਾਂ ਵਿੱਚ ਸਾਡੀ ਅਨੇਕਾਂ ਵਾਰੀ ਡੰਡੌਤ ਬੰਦਨਾ ਹੈ। ਧੰਨ ਧੰਨ ਸ਼੍ਰੀ ਸਤਿਗੁਰੂ ਉਦੈ ਸਿੰਘ ਜੀ।